ਧੰਨ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਮਿਹਰ ਕਿਰਪਾਲਤਾ ਨਾਲ ਅੱਜ ਇਸ ਸੰਸਾਰ 'ਤੇ ਮੈਂ ਵਿਚਰ ਰਿਹਾ, ਤੁਰਿਆ ਫਿਰ ਰਿਹਾ। ਸੰਨ 95 ਦੀ ਗੱਲ ਹੈ, ਮੇਰੇ ਗਲੇ ਵਿੱਚ ਕੋਈ ਪ੍ਰੋਬਲਮ ਆ ਗਈ। ਅੰਮ੍ਰਿਤਸਰ ਦੇ ਡਾਕਟਰਾਂ ਨੂੰ ਸਾਰਿਆਂ ਨੂੰ ਚੈੱਕਅਪ ਕਰਾਇਆ, ਕਈਆਂ ਡਾਕਟਰਾਂ ਨੂੰ ਵਿਖਾਇਆ, ਸਾਰਿਆਂ ਨੇ ਸ਼ੰਕਾ ਪਾ ਦਿੱਤਾ, ਕਹਿ ਦਿੱਤਾ ਕਿ ਲੁਧਿਆਣੇ ਚੈੱਕਅਪ ਕਰਾਉਣਾ ਪੈਣਾ। ਮੈਂ ਨਹੀਂ ਗਿਆ ਕਿਸੇ ਪਾਸੇ ਵੀ। ਅੱਸੂ ਦਾ ਮੇਲਾ ਚੱਲ ਰਿਹਾ ਸੀ, ਸੂਬਾ ਮੋਹਕਮ ਸਿੰਘ, ਨਾਗੀ ਬਲਵਿੰਦਰ ਸਿੰਘ, ਉਦੋਂ ਅਮਰੀਕ ਸਿੰਘ ਹੁਣੀ ਸੂਬਾ ਜੀ ਨਹੀਂ ਸੀ ਬਣੇ, ਇਹ ਨਾਲ ਸਨ। ਇਹਨਾਂ ਨੇ ਮੈਨੂੰ ਬੁਲਾ ਲਿਆ ਕਿ ਇੱਥੇ ਆਓ, ਸਦਰਾਂ ਹੋੜੀ ਅਰਜ਼ ਬੇਨਤੀ ਕਰੀਏ। ਮੈਂ ਸ਼ਾਮ ਨੂੰ ਬੱਸ 'ਤੇ ਬੈਠਾ, ਸ਼੍ਰੀ ਭੈਣੇ ਸਾਹਿਬ ਪਹੁੰਚ ਗਏ। ਉਸ ਦਿਨ ਅਰਜ਼ ਨਾ ਹੋ ਸਕੀ। ਅਗਲੇ ਦਿਨ ਵੀ ਦੋ ਵਾਰਾਂ, ਇੱਕ ਵਾਰੀ ਨਿਤਨੇਮ ਤੋਂ ਪਹਿਲਾਂ, ਇੱਕ ਵਾਰੀ ਨਿਤਨੇਮ ਤੋਂ ਬਾਅਦ ਯਤਨ ਕੀਤਾ, ਅਰਜ਼ ਨਾ ਹੋ ਸਕੇ। ਅਸੀਂ ਵਾਪਸ ਆਉਣ ਦੇ ਮਨ ਬਣਾ ਲਿਆ। ਸੰਤ ਦਿਆਲ ਸਿੰਘ ਹੋਰਾਂ ਨਾਲ ਗੱਲ ਕੀਤੀ, ਉਹ ਕਹਿੰਦੇ ਆਓ ਮੈਂ ਨਾਲ ਚੱਲਦਾ, ਅਰਜ਼ ਕਰਦੇ ਹਾਂ ਪਾਤਸ਼ਾਹ ਗਾੜੀ। ਅਸੀਂ ਅੰਦਰ ਗਏ। ਇਹਨਾਂ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਅਰਜ਼ ਕਰਨੀ ਆ। ਮੈਂ ਉੱਥੇ ਖੂਹੀ ਦੀ ਦੀਵਾਰ ਦੇ ਉੱਤੇ ਬੈਠ ਗਿਆ। ਕੁਝ ਸਮੇਂ ਬਾਅਦ ਪ੍ਰਬੰਧਕਾਂ ਨੇ ਬਾਹਰ ਆਣ ਕੇ ਆਵਾਜ਼ ਦਿੱਤੀ ਵੀ ਸੱਚੇ ਪਾਤਸ਼ਾਹ ਜੀ ਬਰਾਜ ਗਏ ਆ, ਅਰਜ਼ਾਂ ਸ਼ਾਮ ਨੂੰ ਹੋਣਗੀਆਂ। ਸਾਰੇ ਹੀ ਉੱਥੋਂ ਤੁਰ ਪਏ। ਇਹ ਮੇਰੇ ਨਾਲ ਦੇ ਗੇਟ ਵੱਲ, ਗੇਟ ਦੇ ਲਾਗੇ ਪਹੁੰਚ ਗਏ। ਮੈਂ ਹਾਲੇ ਪਿੱਛੇ ਸੀ। ਮੈਂ ਉੱਥੇ ਬੋਲ ਕੇ ਕਿਹਾ ਕਿ ਇੱਥੇ ਕੌਣ ਸੁਣਦਾ, ਤੁਸੀਂ ਮੈਨੂੰ ਐਵੇਂ ਲੈ ਆਂਦਾ। ਕਹਿੰਦੇ ਹੋ ਅਰਜ਼ ਕਰੀਏ, ਅਰਜ਼ ਕਰੀਏ, ਕੱਲ੍ਹ ਦੇ ਅਰਜ਼ ਤਾਂ ਹੋਈ ਨਹੀਂ ਯਾਰ, ਐਵੇਂ ਮੈਨੂੰ ਖਰਾਬ ਕਰ ਰਹੇ ਹੋ। 1 ਮਿੰਟ ਦੇ ਵਿੱਚ ਅੰਦਰੋਂ ਆਵਾਜ਼ ਆ ਗਈ ਕਿ ਅੰਮ੍ਰਿਤਸਰ ਵਾਲੇ ਵਾਪਸ ਮੁੜਿਓ, ਬਾਕੀ ਦੇ ਜਾਓ। ਅਸੀਂ ਫਿਰ ਵਾਪਸ ਆਏ। ਮੈਂ ਕਾਹਲੀ ਨਾਲ ਤੁਰ ਕੇ ਕੋਠੀ ਦੇ ਲਾਗੇ ਦਰਵਾਜ਼ੇ ਦੇ ਨਜ਼ਦੀਕ ਆਇਆ। ਸੱਚੇ ਪਾਤਸ਼ਾਹ ਜੀ ਜਾਲੀ ਨੂੰ ਹੱਥ ਪਾ ਕੇ ਤੇ ਜਾਲੀ ਦੇ ਨਾਲ ਖੜ੍ਹੇ ਸੀ। ਮੈਂ ਥੱਲੇ ਹੋ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਉਹ ਮੇਰਾ ਆਪਣੀ ਜ਼ਿੰਦਗੀ ਦਾ ਪਹਿਲਾ ਇੱਕ ਸਮਾਂ ਸੀ ਕਿ ਜਦੋਂ ਮੈਂ ਪਾਤਸ਼ਾਹ ਜੀ ਦੇ ਨਾਲ ਸਨਮੁਖ ਹੋ ਕੇ ਕੋਈ ਗੱਲ ਕਰਨ ਲੱਗਾ ਸੀ। ਅਰਜ਼ ਕੀਤੀ, ਪਾਤਸ਼ਾਹ ਜੀ ਅੰਮ੍ਰਿਤਸਰ ਦੇ ਡਾਕਟਰਾਂ ਸਾਰਿਆਂ ਨੂੰ ਚੈੱਕਅਪ ਕਰਵਾ ਲਿਆ। ਉਹਨਾਂ ਨੇ ਜਵਾਬ ਦੇ ਦਿੱਤਾ, ਕਹਿ ਦਿੱਤਾ ਕਿ ਲੁਧਿਆਣੇ ਵਿਖਾਉਣਾ ਪੈਣਾ। ਉਨੀ ਦੇਰ ਨੂੰ ਸੰਤ ਦਿਆਲ ਸਿੰਘ ਨੇ ਵੀ ਪਿੱਛੇ ਆਣ ਖੜ੍ਹੇ ਸੀ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦਿਆਲ ਸਿੰਘ ਇਹਨਾਂ ਨੂੰ ਸਵੇਰੇ ਉੱਥੇ ਵਿਖਾ ਦਿਓ। ਉਸ ਵੇਲੇ ਮੇਰੇ ਮੰਗਣ ਦੀ ਜੋ ਇੱਛਾ ਸੀ, ਜੋ ਮੈਂ ਮੰਗਿਆ, ਉਹ ਇਸ ਪਾਤਸ਼ਾਹ ਜੀ ਨੇ ਕਹਿ ਦਿੱਤਾ। ਜੇ ਮੈਂ ਉੱਥੇ ਹੀ ਕਹਿੰਦਾ ਕਿ ਬਖਸ਼ਿਸ਼ ਕਰ ਦਿਓ ਤਾਂ ਸ਼ਾਇਦ ਉੱਥੇ ਹੀ ਬਖਸ਼ਿਸ਼ ਹੋ ਜਾਂਦੀ। ਸਤਿਗੁਰਾਂ ਕਹਿ ਦਿੱਤਾ ਵੀ ਸਵੇਰੇ ਲੁਧਿਆਣੇ ਵਿਖਾ ਦਿਓ। ਸੰਤਾਂ ਦਿਆਲ ਸਿੰਘ ਹੋਰਾਂ ਨੇ ਆਪਣੇ ਕਮਰੇ 'ਚ ਜਾ ਕੇ ਉਸੇ ਵੇਲੇ ਫੋਨ ਕੀਤਾ ਇੱਕ ਪ੍ਰਬੰਧਕ ਨੂੰ। ਉਸ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਉਹ ਪ੍ਰਬੰਧਕ ਕੌਣ ਹੈ। ਮੈਨੂੰ ਕਹਿਣ ਲੱਗੇ ਸਵੇਰੇ 9 ਵਜੇ ਸਮਰਾਲਾ ਚੌਂਕ 'ਚ ਪਹੁੰਚ ਜੇ, ਉੱਥੇ ਇੱਕ ਨਾਮਧਾਰੀ ਸਿੱਖ ਆਵੇਗਾ, ਤੈਨੂੰ ਅੱਗੇ ਲੈ ਜਾਵੇਗਾ। ਮੈਂ ਬੱਸ 'ਤੇ ਚੜ੍ਹਿਆ, 9 ਵਜੇ ਸਮਰਾਲਾ ਚੌਂਕ 'ਚ ਪਹੁੰਚ ਗਿਆ। ਬਾਈਪਾਸ 'ਤੇ ਖੜ੍ਹਾ ਸੀ। ਉਨੀ ਦੇਰ ਨੂੰ ਸੰਤ ਰਜਿੰਦਰ ਸਿੰਘ, ਜੋ ਨਾਗੀ ਸਾਹਿਬ ਦੇ ਮਾਮਾ ਜੀ ਸਨ, ਉਹ ਸਾਹਮਣੇ ਆਉਂਦੇ ਮੈਂ ਵੇਖੇ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਨੇ ਹੀ ਮੈਨੂੰ ਖੜਨਾ। ਜਿਸ ਵੇਲੇ ਮਿਲੇ ਮੈਨੂੰ ਕਹਿਣ ਲੱਗੇ ਤੁਹਾਨੂੰ ਵਿਖਾਉਣਾ। ਮੈਂ ਕਿਹਾ ਹਾਂ। ਕਹਿੰਦੇ ਬੈਠੋ ਮੇਰੇ ਪਿੱਛੇ। ਉਹਨਾਂ ਦੇ ਮੈਂ ਪਿੱਛੇ ਬੈਠਾ। ਉਸ ਵਾਲਾ ਹਸਪੀਟਲ ਲੈ ਗਏ। ਕਾਊਂਟਰ 'ਤੇ ਜਾ ਕੇ ਪਰਚੀ ਕਟਵਾਈ। ਤੀਸਰੀ ਮੰਜ਼ਿਲ 'ਤੇ 7 ਨੰਬਰ ਕਮਰੇ ਦੇ ਵਿੱਚ ਡਾਕਟਰ ਨਰਿੰਦਰ ਕੁਮਾਰ ਸੀ। ਉਹਨਾਂ ਕੋਲ ਗਏ। ਉਹਨਾਂ ਨੇ ਵੇਖਿਆ, ਚੈੱਕਅਪ ਕੀਤਾ। ਕਹਿੰਦੇ ਥੱਲੇ ਚੱਲੋ, MRI ਕਰਾਉਣੀ ਆ। ਲਿਖ ਦਿੱਤਾ। ਅਸੀਂ ਥੱਲੇ ਜਾ ਕੇ MRI ਕਰਵਾਈ। ਉਹ ਕਹਿਣ ਲੱਗੇ ਲੰਚ ਹੋ ਗਿਆ, ਤੁਸੀਂ ਵੀ ਪ੍ਰਸ਼ਾਦਾ ਪਾਣੀ ਛਕ ਆਓ ਅਤੇ ਫਿਰ ਰਿਪੋਰਟ ਮਿਲ ਜਾਏਗੀ। ਉਹ ਮੈਨੂੰ ਆਪਣੇ ਘਰ ਲੈ ਗਏ। ਉੱਥੇ ਜਾ ਕੇ ਜਲ ਪਾਣੀ ਛਕਾਇਆ। ਅਸੀਂ ਵਾਪਸ ਆਏ, ਰਿਪੋਰਟ ਲਈ। ਉੱਪਰ ਫਿਰ ਡਾਕਟਰ ਕੋਲ ਰਿਪੋਰਟ ਵਿਖਾਉਣ ਵਾਸਤੇ ਗਏ।
ਜਿਸ ਵੇਲੇ ਡਾਕਟਰ ਸਾਹਿਬ ਨੇ ਰਿਪੋਰਟ ਵੇਖੀ, ਉਹਨਾਂ ਨੂੰ ਕੋਈ ਰਿਪੋਰਟ ਦੇ ਵਿੱਚ ਸ਼ੱਕ ਆਇਆ। ਮੈਨੂੰ ਕਹਿੰਦੇ ਥੱਲੇ ਚੱਲੋ, ਜਿੱਥੇ ਸਵੇਰੇ MRI ਹੋਈ ਹੈ ਉਸੇ ਕਮਰੇ ਦੇ ਵਿੱਚ ਮੈਂ ਗਿਆ। ਥੱਲੇ ਜਾ ਕੇ ਉਹਨਾਂ ਮੇਰੀ ਦਸਤਾਰ ਲਵਾ ਕੇ ਉਸੇ ਤਰ੍ਹਾਂ ਮਸ਼ੀਨ ਦੇ ਵਿੱਚ ਸਵੇਰ ਵਾਂਗ ਫਿਰ ਪਾ ਕੇ MRI ਸ਼ੁਰੂ ਕਰ ਦਿੱਤੀ। ਡਾਕਟਰ ਸਾਹਿਬ ਨੇ ਸਕਰੀਨ ਦੇ ਉੱਤੇ ਉਸੇ ਵੇਲੇ ਹੀ ਰਿਪੋਰਟ ਚੈੱਕ ਕਰ ਲਈ। ਬਾਹਰ ਨਿਕਲ ਕੇ ਸੰਤ ਰਜਿੰਦਰ ਸੋਹਣਾ ਨੂੰ ਕਹਿੰਦੇ ਨੇ ਵੀ ਤੁਹਾਨੂੰ ਵਧਾਈ ਹੋਵੇ। ਇਹ ਗੱਲ ਕਹਿ ਕੇ ਡਾਕਟਰ ਸਾਹਿਬ ਆਪ ਉੱਪਰ ਚਲੇ ਗਏ। ਮੈਂ ਆਸਤੇ ਆਸਤੇ ਪੌੜੀਆਂ ਚੜ੍ਹਿਆ, ਮਗਰ ਗਿਆ ਸੀ। ਉੱਥੇ ਜਾ ਕੇ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ ਦੱਸੋ ਕੋਈ ਦਵਾਈ। ਉਹ ਕਹਿਣ ਲੱਗੇ ਜੀ ਤੁਹਾਨੂੰ ਕੋਈ ਨੁਕਸ ਨਹੀਂ ਹੈਗਾ, ਮੈਂ ਦਵਾਈ ਕਿਸੇ ਨੁਕਸ ਦੀ ਦਿਆਂ। ਮੈਂ ਕਿਹਾ ਡਾਕਟਰ ਸਾਹਿਬ ਗਲਾ ਦਰਦ ਕਰ ਰਿਹਾ। ਉਹ ਕਹਿੰਦੇ ਬਾਹਰ ਜਾ ਕੇ ਬੜੇ ਖੋਖਿਆਂ ਵਾਲੇ ਬੈਠੇ ਆ, ਜਿੰਨੀ ਮਰਜ਼ੀ ਦਵਾਈ ਲੈ ਲਓ, ਦੇ ਦੇਣਗੇ, ਪਰ ਮੇਰੇ ਕੋਲ ਭਾਵੇਂ 20 ਸਾਲ ਤੱਕ ਆ ਜਿਓ, ਇਹ ਰਿਪੋਰਟ ਅਤੇ ਇਹ ਤੁਹਾਡਾ ਕਾਰਡ ਮੈਂ ਰੱਖ ਲਿਆ। ਜਦੋਂ ਵੀ ਆਓਗੇ ਮੇਰੇ ਕੋਲ ਆਣ ਕੇ ਇਹ ਰਿਪੋਰਟ ਚੈੱਕ ਕਰ ਲਿਓ। ਜੇ ਤੁਹਾਨੂੰ ਕੋਈ ਨੁਕਸ ਹੋਵੇ, ਕੋਈ ਡਾਕਟਰ ਕਹਿ ਦੇ ਇਹਦੇ ਵਿੱਚ ਕੋਈ ਨੁਕਸ ਹੈ, ਤਾਂ ਮੈਂ ਤੁਹਾਡਾ ਦੇਣਦਾਰ। ਅਸੀਂ ਵਾਪਸ ਆ ਗਏ ਜੀ। ਮਨ ਵਿੱਚ ਸ਼ੰਕਾ ਰਿਹਾ ਕਿ ਕੋਈ ਫਾਇਦਾ ਨਹੀਂ ਹੋਇਆ। ਇਸੇ ਤਰ੍ਹਾਂ ਅੰਮ੍ਰਿਤਸਰ ਵਾਲੇ ਕਰਦੇ ਸੀ ਅਤੇ ਇਸੇ ਤਰ੍ਹਾਂ ਹੀ ਲੁਧਿਆਣੇ ਵਾਲਿਆਂ ਨੇ ਕੀਤਾ ਹੈ, ਤਕਲੀਫ ਤਾਂ ਹਟੀ ਨਹੀਂ। ਮੈਂ ਉੱਥੋਂ ਬੱਸ 'ਤੇ ਚੜ੍ਹਿਆ, ਭੈਣੀ ਸਾਹਿਬ ਨਹੀਂ ਗਿਆ ਕਿਉਂਕਿ ਆੜਤ ਦਾ ਕੰਮ ਸੀ ਮੇਰਾ ਅਤੇ ਮੋਹਕਮ ਸਿੰਘ ਹੋਣਾ ਦਾ ਭਾਈਵਾਲੀ ਦਾ। ਉਸ ਵੇਲੇ ਮੈਂ ਪਿੱਛੇ ਕੰਮ ਦਾ ਧਿਆਨ ਕਰਕੇ ਅਤੇ ਸੋਚ ਲਿਆ ਕਿ ਚੱਲ ਸੂਬਾ ਮੋਹਕਮ ਸਿੰਘ ਹੋਰੀ ਮੇਲਾ ਵੇਖ ਕੇ ਆ ਜਾਣਗੇ, ਮੈਂ ਜਾ ਕੇ ਕੰਮ ਸਾਂਭ ਲੈਣਾ। ਬੱਸ 'ਤੇ ਚੜ੍ਹਿਆ, ਅੰਮ੍ਰਿਤਸਰ ਆ ਗਿਆ। ਅੰਮ੍ਰਿਤਸਰ ਆਣ ਕੇ ਉਸ ਤੋਂ ਬਾਅਦ ਕੋਈ ਦਵਾਈ ਨਹੀਂ ਲਈ, ਕੋਈ ਦਾਰੂ ਨਹੀਂ ਲਿਆ। ਆਮ ਕੋਈ ਮਾਮੂਲੀ ਦਰਦ ਕਰਕੇ ਕੁਝ ਗੋਲੀ ਲੈ ਲਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਆਸਤੇ ਆਸਤੇ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ, ਅੱਜ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਮੈਂ ਸੰਸਾਰ ਵਿੱਚ ਵਿਚਰ ਰਿਹਾ ਅਤੇ ਬਹੁਤ ਸੋਹਣਾ, ਕੋਈ ਪ੍ਰੋਬਲਮ ਨਹੀਂ ਅੱਜ ਤੱਕ। ਮਾਲਕ ਦੀ ਬਖਸ਼ਿਸ਼ ਹੈ, ਕਿਰਪਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਦੋਂ ਮੇਰੇ 'ਤੇ ਇਹ ਬਖਸ਼ਿਸ਼ ਕੀਤੀ। ਜੇ ਮੈਂ ਕਿਤੇ ਉਸ ਟਾਈਮ ਦੇ ਉੱਤੇ ਕਹਿ ਦਿੰਦਾ ਕਿ ਡਾਕਟਰ ਸਾਹਿਬ ਡਾਕਟਰਾਂ ਵਾਲੇ ਚੱਕਰ ਵਿੱਚ ਨਾ ਪਾਓ, ਪਾਤਸ਼ਾਹ ਜੀ ਬਖਸ਼ਿਸ਼ ਕਰੋ, ਅਤੇ ਸ਼ਾਇਦ ਉੱਥੇ ਹੀ ਕਿਰਪਾ ਹੋ ਜਾਂਦੀ। ਜੋ ਮੈਂ ਮੰਗਿਆ ਉਹ ਸੱਚੇ ਪਾਤਸ਼ਾਹ ਜੀ ਨੇ ਕਰਕੇ ਕੌਤਕ ਵਿਖਾ ਦਿੱਤਾ। ਪਹਿਲਾਂ ਰਿਪੋਰਟ ਦੇ ਵਿੱਚ ਕੋਈ ਨੁਕਸ ਵਿਖਾ ਦਿੱਤਾ ਅਤੇ ਉਸੇ ਟਾਈਮ ਚੰਦ ਮਿੰਟਾਂ ਦੇ ਵਿੱਚ ਬਾਅਦ ਵਿੱਚ ਜਿਸ ਵੇਲੇ ਥੱਲਿਓਂ ਦੁਬਾਰਾ MRI ਕੀਤੀ ਅਤੇ ਉਸ MRI ਦੇ ਵਿੱਚ ਕੋਈ ਨੁਕਸ ਨਹੀਂ ਆਇਆ ਅਤੇ ਡਾਕਟਰ ਸਾਹਿਬ ਨੇ ਸਾਨੂੰ ਵਧਾਈ ਦਿੱਤੀ। ਉਹ ਵਧਾਈ ਸਾਰੀ ਦੀ ਸਾਰੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਸੀ। ਸਾਡੀ ਕੋਈ ਵਡਿਆਈ ਨਹੀਂ। ਸਤਿ ਸ੍ਰੀ ਅਕਾਲ ਜੀ।